A very good morning, students. How are you? I hope you all are fine. Today I am going to discuss the chapter 11th, the pronoun. Pronoun. A pronoun is a word used instead of a noun. Pronoun ਉਹ word ਹੁੰਦਾ ਹੈ ਜਿਹੜਾ noun ਦੀ ਜਗ੍ਹਾ ਤੇ ਵਰਤਿਆ ਜਾਂਦਾ ਹੈ. Got it? ਕਿ ਜਿਹੜਾ ਨੇਮਿੰਗ ਵਰਡ ਉਹ ਸਾਰੇ ਨਾਊਨ ਹੁੰਦੇ ਆ ਤੇ ਜਿਹੜੇ ਵਰਡ ਨਾਊਨ ਦੀ ਜਗ੍ਹਾ ਤੇ ਵਰਤੇ ਜਾਂਦੇ ਉਹ ਕੀ ਹੁੰਦੇ ਆ ਪ੍ਰੋਨਾਊਨ ਹੁੰਦੇ ਆ. ਅੰਡਰਸਟੂਡ? For example, Hari is absent because Hari is ill. In this sentence, the noun Hari has been repeated 2 times. In order to avoid the repetition of Hari, we rewrite the sentence in this way. Hari is absent because he is ill. We use he for Hari, so he is a pronoun. So ਜਿਹੜੇ word ਨਾਊਨ ਦੀ ਜਗ੍ਹਾ 'ਤੇ ਵਰਤੇ ਜਾਂਦੇ ਆ ਉਹ ਪ੍ਰੋਨਾਊਨ ਹੁੰਦੇ ਆ. ਸੋ ਅਸੀਂ ਇੱਥੇ ਹੀ ਨੂੰ ਯੂਜ਼ ਕੀਤਾ ਹਰੀ ਵਾਸਤੇ. ਸੋ ਹੀ ਇਜ਼ ਅ ਪ੍ਰੋਨਾਊਨ. ਦੇਅਰ ਆਰ ਮੈਨੀ ਟਾਈਪਸ ਆਫ ਪ੍ਰੋਨਾਊਨ. ਫਸਟ ਇਜ਼ personal pronoun, second is reflexive pronoun, third is emphatic pronoun, fourth is indefinite pronoun, fifth is relative pronoun, sixth is demonstrative pronoun, seventh is interrogative pronoun, eighth is distributive pronoun, ninth is possessive pronoun. So we are going to explain it. First is personal pronoun. Personal pronoun ਆਪਾਂ ਪੁਰਖਵਾਚਕ ਪੜਨਾਂਵ ਵੀ ਕਹਿ ਸਕਦੇ ਹਾਂ. In this pronoun, I, we, you, he, she, it, they are called personal pronoun because they all stand for the 3 person. Here 3 persons are first person, second person and third person. So ਇੱਥੇ ਪਰਸਨਲ ਪ੍ਰੋਨਾਊਨ ਵਿੱਚ ਪਰਸਨ ਦੀ ਗੱਲ ਹੋ ਰਹੀ ਹੈ. ਇਹਨਾਂ ਵਾਸਤੇ ਆਪਾਂ ਆਈ, ਵੀ, ਯੂ, ਸ਼ੀ, ਇਟ ਵਰਡਸ ਯੂਜ਼ ਕਰਨੇ ਆ. ਫਸਟ ਪਰਸਨ, ਦਾ ਪਰਸਨ ਸਪੀਕਿੰਗ, ਜਿਹੜਾ ਪਰਸਨ ਗੱਲ ਕਰ ਰਿਹਾ, ਸਪੀਕਿੰਗ ਜਿਹੜਾ ਗੱਲ ਕਰ ਰਿਹਾ ਉਹ ਹੁੰਦਾ ਫਸਟ ਪਰਸਨ. ਸੈਕਿੰਡ ਪਰਸਨ ਉਹ ਹੁੰਦਾ ਜਿਸ ਦੇ ਨਾਲ ਗੱਲ ਹੋ ਰਹੀ ਹੋਵੇ, ਉਹ ਹੁੰਦਾ ਸੈਕਿੰਡ ਪਰਸਨ. ਅਤੇ ਥਰਡ ਪਰਸਨ ਉਹ ਹੁੰਦਾ ਜਿਸ ਪਰਸਨ ਦੇ ਬਾਰੇ ਗੱਲ ਹੋ ਰਹੀ ਹੋਵੇ, ਉਹ ਥਰਡ ਪਰਸਨ ਹੁੰਦਾ. ਸੋ ਗੱਲ ਕਰਨ ਵਾਲਾ ਫਸਟ ਪਰਸਨ, ਜਿਸ ਦੇ ਨਾਲ ਗੱਲ ਹੋ ਰਹੀ ਹੋਵੇ ਉਹ ਸੈਕਿੰਡ ਪਰਸਨ ਹੁੰਦਾ ਅਤੇ ਜਿਸ ਬਾਰੇ ਗੱਲ ਕਰੇ ਉਹ ਥਰਡ ਪਰਸਨ ਹੁੰਦਾ. ਨੈਕਸਟ ਇਜ਼ ਰਿਫਲੈਕਸਿਵ ਪ੍ਰੋਨਾਊਨ. ਰਿਫਲੈਕਸਿਵ ਪ੍ਰੋਨਾਊਨ ਨੂੰ ਆਪਾਂ ਪੰਜਾਬੀ ਵਿੱਚ ਨਿੱਜਵਾਚਕ ਪੜਨਾਂਵ ਵੀ ਕਹਿ ਸਕਦੇ ਹਾਂ. It represents the action performed by the subject is on the subject itself. Means ਕਿ ਜੇਕਰ ਸਬਜੈਕਟ ਕੋਈ ਐਕਸ਼ਨ ਕਰ ਰਿਹਾ ਹੈ ਤਾਂ ਉਸ ਦਾ ਰਿਐਕਸ਼ਨ ਵੀ ਸਬਜੈਕਟ ਦੇ ਉੱਪਰ ਹੀ ਹੋਣਾ ਰਿਫਲੈਕਸਿਵ ਪ੍ਰੋਨਾਊਨ ਕਹਾਉਂਦਾ ਹੈ. For example, self and selves are used in reflexive pronouns. Self is added to my, your, him, her, it, and selves to our, them, your. ਕਿ ਆਪਾਂ ਸਿੰਗੂਲਰ ਵਾਸਤੇ ਆਪਾਂ ਸੈਲਫ ਲਗਾਉਂਦੇ ਹਾਂ ਅਤੇ ਪਲੂਰਲ ਦੇ ਨਾਲ ਆਪਾਂ ਸੈਲਫ ਲਗਾ ਦਿੰਦੇ ਹਾਂ. ਸੋ ਮਾਈ ਦਾ ਨਾਲ ਮਾਈ ਸੈਲਫ, ਯੂਅਰ ਨਾਲ ਯੂਅਰ ਸੈਲਫ, ਹਿਮ ਨਾਲ ਹਿਮ ਸੈਲਫ, ਹਰ ਨਾਲ ਹਰ ਸੈਲਫ, ਇਟ ਨਾਲ ਇਟ ਸੈਲਫ, ਐਂਡ ਸੈਲਵਸ our selves, themselves, and yourselves. Next is I hurt myself. In this example, myself is reflexive pronoun. ਕੀ ਹੈ ਕਿ ਜਿਹੜਾ myself ਆ ਉਹ ਕੀ ਹੈ ਰਿਫਲੈਕਸਿਵ ਪ੍ਰੋਨਾਊਨ ਹੈ. ਸੋ ਇਸ ਉੱਪਰ ਜਿਹੜਾ ਆਏ ਆ ਆਈ ਕੀ ਸਬਜੈਕਟ. ਸੋ ਜਿਹੜਾ ਕੰਮ ਹੋ ਰਿਹਾ ਉਸਦਾ ਰਿਐਕਸ਼ਨ ਵੀ ਉਸ ਉੱਪਰ ਹੀ ਹੋਣਾ, ਉਹਦਾ ਸਬਜੈਕਟ ਦੇ ਉੱਪਰ ਹੀ ਉਹਦਾ ਅਸਰ ਹੁੰਦਾ. ਸੋ ਐਮਫੈਟਿਕ ਪ੍ਰੋਨਾਊਨ ਕੀ ਹੁੰਦਾ ਹੈ? ਐਮਫੈਟਿਕ ਪ੍ਰੋਨਾਊਨ ਉਹ ਹੁੰਦਾ ਜਿਸ ਵਿੱਚ ਪ੍ਰੋਨਾਊਨ ਵਰਡਸ ਉੱਪਰ ਜ਼ੋਰ ਦਿੱਤਾ ਜਾਂਦਾ ਹੈ. An emphatic pronoun is that which is used to add emphasis to the subject of the sentence. ਇਸ ਵਿੱਚ ਕੀ ਹੁੰਦਾ ਹੈ ਕਿ ਸੈਂਟੈਂਸ ਵਿੱਚ ਜਿਹੜਾ ਸਬਜੈਕਟ ਯੂਜ਼ ਹੋ ਰਿਹਾ ਹੁੰਦਾ ਹੈ ਜਾਂ ਜਿਹੜਾ ਪ੍ਰੋਨਾਊਨ ਯੂਜ਼ ਹੋ ਰਿਹਾ ਹੁੰਦਾ ਹੈ ਉਸ ਉੱਪਰ ਹੀ ਸਾਰਾ ਐਮਫੈਸਿਸ ਲਗਾਇਆ ਜਾਂਦਾ. ਸੋ ਸੈਲਫ ਐਂਡ ਸੈਲਵਸ 2 words are used in emphatic pronoun. Self is used to myself, yourself, himself, herself, itself, and selves is used to ourselves, themselves, yourselves. ਇੱਥੇ ਕੀ ਹੈ ਕਿ ਤੁਸੀਂ ਰਿਫਲੈਕਸਿਵ ਪ੍ਰੋਨਾਊਨ ਐਂਡ
ਐਮਫੈਟਿਕ ਪ੍ਰਨਾਊਨ ਵਿੱਚ ਕਨਫਿਊਜ਼ ਨਹੀਂ ਹੋਣਾ, ਠੀਕ ਹੈ। ਇਹਨਾਂ ਦੋਨਾਂ ਵਿੱਚ ਫਰਕ ਆ। ਡਿਫਰੈਂਸ ਬਿਟਵੀਨ ਰਿਫਲੈਕਸਿਵ ਪ੍ਰਨਾਊਨ ਐਂਡ ਐਮਫੈਟਿਕ ਪ੍ਰਨਾਊਨ। ਬਟ ਇਹ ਜਿਹੜਾ ਰਿਫਲੈਕਸਿਵ ਪ੍ਰਨਾਊਨ ਤੋਂ ਬਿਲਕੁਲ ਅਲੱਗ ਆ, ਕਿਉਂਕਿ ਇਸ ਵਿੱਚ ਸਬਜੈਕਟ ਦੇ ਉੱਪਰ ਰਿਐਕਟ ਨਹੀਂ ਹੋ ਰਿਹਾ ਹੁੰਦਾ, ਬਲਕਿ ਸਬਜੈਕਟ ਨੂੰ ਐਮਫੈਸਿਸ ਕੀਤਾ ਜਾ ਰਿਹਾ ਹੁੰਦਾ। ਇਹਨਾਂ ਵਿੱਚ ਕਨਫਿਊਜ਼ ਹੋਣ ਦੀ ਲੋੜ ਨਹੀਂ, ਠੀਕ ਹੈ। ਇਹਨਾਂ ਦੋਨਾਂ ਵਿੱਚ ਸੇਮ ਐਗਜ਼ਾਮਪਲ ਯੂਜ਼ ਹੋ ਰਹੀਆਂ, ਬਟ ਉਹਨਾਂ ਦਾ ਪ੍ਰਯੋਗ ਕਿੱਥੇ ਹੋ ਰਿਹਾ, ਕਿਸ ਤਰ੍ਹਾਂ ਹੋ ਰਿਹਾ, ਇਹ ਸਾਨੂੰ ਇਹਨਾਂ ਦੋਨਾਂ ਵਿੱਚ ਫਰਕ ਪੇਸ਼ ਕਰਦੇ। ਰਿਫਲੈਕਸਿਵ ਪ੍ਰਨਾਊਨ 'ਚ ਕੀ ਹੁੰਦਾ ਹੈ, ਸਬਜੈਕਟ ਐਂਡ ਆਬਜੈਕਟ ਇੱਕ ਹੀ ਪਰਸਨ ਹੁੰਦੇ ਹਨ। ਇਸ ਵਿੱਚ ਸਬਜੈਕਟ ਜੋ ਵਰਕ ਕਰ ਰਿਹਾ ਹੁੰਦਾ ਉਹ ਉਸ ਵਰਕ ਦਾ ਰਿਐਕਸ਼ਨ ਵੀ ਸਬਜੈਕਟ ਦੇ ਉੱਪਰ ਹੀ ਹੁੰਦਾ, ਠੀਕ ਹੈ। ਇਨ ਦਾ ਐਗਜ਼ਾਮਪਲ ਆਈ ਹਰਟ ਮਾਈ ਸੈਲਫ। ਇਨ ਦਿਸ ਐਗਜ਼ਾਮਪਲ ਕਿ ਜਿਹੜਾ ਮਾਈ ਸੈਲਫ ਆ ਉਹ ਕੀ ਹੈ, ਰਿਫਲੈਕਸਿਵ ਪ੍ਰਨਾਊਨ ਹੈ। ਸੋ ਇਸ ਅਸਰ ਆਈ ਉੱਪਰ ਪਿਆ ਕਿ ਮੈਂ ਆਪਣੇ ਆਪ ਨੂੰ ਚੋਟ ਪਹੁੰਚਾਈ, ਖੁਦ ਕਿ ਮੈਂ ਖੁਦ ਆਪਣੇ ਆਪ ਨੂੰ ਚੋਟ ਪਹੁੰਚਾਈ। ਸੋ ਇਨ ਦਾ ਐਮਫੈਟਿਕ ਪ੍ਰਨਾਊਨ, ਇਹ ਨਾਊਨ ਔਰ ਪ੍ਰਨਾਊਨ ਨੂੰ ਐਮਫੇਸਾਈਜ਼ ਕਰਨ ਲਈ ਪ੍ਰਯੋਗ ਕੀਤੇ ਜਾਂਦੇ ਨੇ, ਠੀਕ ਹੈ। ਇਸ ਵਿੱਚ ਨਾਊਨ ਜਾਂ ਪ੍ਰਨਾਊਨ ਦੇ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਇਨ ਦਾ ਐਗਜ਼ਾਮਪਲ ਸ਼ੀ ਹਰਸੈਲਫ ਓਪਨ ਦਾ ਡੋਰ। ਇਸ ਵਿੱਚ ਹਰਸੈਲਫ ਕੀ ਹੈ, ਐਮਫੈਟਿਕ ਪ੍ਰਨਾਊਨ ਹੈ, ਔਰ ਸ਼ੀ ਕੀ ਹੈ, ਪ੍ਰੋਨਾਊਨ ਹੈ। ਸੋ ਪ੍ਰੋਨਾਊਨ ਉੱਪਰ ਐਮਫੇਸਿਸ ਕੀਤਾ ਗਿਆ। ਸੋ ਸ਼ੀ ਕੀ ਹੈ, ਪ੍ਰੋਨਾਊਨ, ਹਰਸੈਲਫ ਕੀ ਹੈ, ਐਮਫੈਟਿਕ ਪ੍ਰਨਾਊਨ। ਸੋ ਹਰਸੈਲਫ ਇਸ ਵਿੱਚ ਕਿਹੜਾ ਪ੍ਰਨਾਊਨ, ਐਮਫੈਟਿਕ ਪ੍ਰਨਾਊਨ। ਸਾਰਾ ਜਿਹੜਾ ਐਮਫੇਸਿਸ ਉਹ ਪ੍ਰਨਾਊਨ ਉੱਪਰ ਹੀ ਦਿੱਤਾ ਗਿਆ। ਨੈਕਸਟ ਇਜ਼ ਇੰਡੈਫੀਨਿਟ ਪ੍ਰਨਾਊਨ। ਮੀਨਸ ਅਨਿਸ਼ਚੈਵਾਚਕ ਪ੍ਰੋਨਾਊਨ। ਇਸ ਵਿੱਚ ਕੀ ਹੁੰਦਾ ਹੈ ਕਿ ਸਮਟਾਈਮਸ ਦਾ ਪ੍ਰੋਨਾਊਨਸ ਯੂਜ਼ਡ ਇਨ ਅ ਸੈਂਟੈਂਸ ਡੂ ਨਾਟ ਰੈਫਰ ਟੂ ਐਨੀ ਪਾਰਟੀਕੂਲਰ ਥਿੰਗ ਔਰ person, they are used in a general way. Such pronoun are known as indefinite pronoun. ਕੀ ਹੁੰਦਾ ਕਈ ਵਾਰ ਕਿ ਜਿਹੜੇ ਆਪਾਂ ਇਹਦਾ ਪ੍ਰੋਨਾਊਨ ਯੂਜ਼ਡ ਇਨ ਸੈਂਟੈਂਸ, ਜਿਹੜੇ ਪ੍ਰੋਨਾਊਨ ਸੈਂਟੈਂਸ ਵਿੱਚ ਵਰਤੇ ਹੁੰਦੇ ਉਹਨਾਂ ਨੂੰ ਕਿਸੇ ਖਾਸ ਪਰਸਨ ਜਾਂ ਕਿਸੇ ਖਾਸ ਚੀਜ਼ ਵਾਸਤੇ ਉਹ ਰੈਫਰ ਨਹੀਂ ਕਰ ਰਹੇ ਹੁੰਦੇ, ਠੀਕ ਹੈ। ਆਪਾਂ ਉਹਨਾਂ ਨੂੰ ਜਨਰਲ ਵੇ ਨਾਲ ਯੂਜ਼ ਕਰਨਾ ਹੁੰਦਾ, ਔਰ ਉਹਨਾਂ ਪ੍ਰੋਨਾਊਨ ਨੂੰ ਆਪਾਂ ਕੀ ਬੋਲਦੇ ਹਾਂ, ਇੰਡੈਫੀਨਿਟ ਪ੍ਰੋਨਾਊਨ। ਗੋਟ ਇਟ ਬੇਟਾ, ਕਿ ਜਦੋਂ ਕਿਸੇ ਖਾਸ ਪਰਸਨ ਜਾਂ ਕਿਸੇ ਖਾਸ ਚੀਜ਼ ਨੂੰ ਰੈਫਰ ਨਾ ਕਰਨਾ ਹੋਵੇ, ਉਹਨਾਂ ਨੂੰ ਐਜ਼ ਅ ਜਨਰਲ ਵੇ ਨਾਲ ਕਹਿਣਾ ਹੋਵੇ ਤਾਂ ਉਦੋਂ ਆਪਾਂ ਇੰਡੈਫੀਨਿਟ ਪ੍ਰੋਨਾਊਨ ਯੂਜ਼ ਕਰਨੇ ਆ। ਫੋਰ ਐਗਜ਼ਾਮਪਲ ਆਲ, ਐਨੀਵਨ, ਐਨੀਬੋਡੀ, ਐਨੀਥਿੰਗ, ਐਨੀਵਨ, ਐਵਰੀਬਡੀ, ਐਵਰੀਥਿੰਗ, ਸਮਵਨ, ਸਮਬਡੀ, ਸਮਥਿੰਗ, ਨੋ ਵਨ, ਨੋਬੋਡੀ, ਨਥਿੰਗ, ਐਟਸੈਟਰਾ। Nobody can help you in this issue. In this sentence nobody ਜਿਹੜਾ word ਆ ਉਹ ਕੀ ਆ, ਸੌਰੀ, indefinite pronoun ਹੈ। Done. Did you ask anybody to come? In this sentence anybody ਜਿਹੜਾ ਹੈ ਉਹ indefinite pronoun, ਕਿ ਆਪਾਂ ਕਿਸੇ ਖਾਸ ਪਰਸਨ ਨੂੰ ਨਹੀਂ ਕਿਹਾ, ਕਿਸੇ ਪਰਸਨ ਦਾ ਨੇਮ ਨਹੀਂ ਲਿਆ ਆਪਾਂ ਕਿ ਉਹ ਦੈਟ ਪਰਸਨ, ਬਸ ਆਪਾਂ ਐਨੀਬੋਡੀ ਕਹਿ ਤਾ ਕੋਈ, ਠੀਕ ਹੈ। ਕਿ ਕਿਸੇ ਪਾਰਟੀਕੂਲਰ ਪਰਸਨ ਜਾਂ ਕਿਸੇ ਪਾਰਟੀਕੂਲਰ ਚੀਜ਼ ਦੇ ਬਾਰੇ ਆਪਾਂ ਮੈਂਸ਼ਨ ਨਹੀਂ ਕੀਤਾ, ਉਹਨੂੰ ਐਜ਼ ਅ ਜਨਰਲੀ ਲਿਆ। ਸਮਬੋਡੀ ਹੈਜ਼ ਸਟੋਲਨ ਮਾਈ ਵਾਚ। ਇਨ ਦੀ ਸੈਂਟੈਂਸ ਆਪਾਂ ਕਿਸੇ ਪਰਸਨ ਦਾ ਨਾਮ ਨਹੀਂ ਲਿਆ ਕਿ ਕਿੰਨੀ ਵਾਚ ਚੋਰੀ ਕੀਤੀ ਹੈ, ਆਪਾਂ ਸਮਬੋਡੀ ਕਹਿ ਤਾ, ਮੀਨਸ ਕਿ ਕੋਈ। ਸੋ ਸਮਬੋਡੀ ਇਜ਼ ਇੰਡੈਫੀਨਿਟ ਪ੍ਰੋਨਾਊਨ। ਨੈਕਸਟ ਇਜ਼ ਰਿਲੇਟਿਵ ਪ੍ਰੋਨਾਊਨ, ਮੀਨਸ ਸੰਬੰਧਵਾਚਕ ਪ੍ਰੋਨਾਊਨ। A relative pronoun is one which is used to refer to nouns mentioned previously, whether they are people, place, things, animal, or ideas. Relative pronouns can be used to join two sentences. कि relative pronoun ਉਹ ਪ੍ਰਨਾਊਨ ਹੁੰਦਾ ਹੈ ਜਿਹੜਾ ਕਿਸੇ ਨਾਊਨ ਵਾਸਤੇ ਵਰਤਿਆ ਜਾਂਦਾ ਹੈ, ਜਿਹੜਾ ਨਾਊਨ ਪਹਿਲਾਂ ਹੀ ਆਪਾਂ ਉਸ ਬਾਰੇ ਜ਼ਿਕਰ ਕਰ ਚੁੱਕੇ ਹੁੰਦੇ ਹਾਂ, ਠੀਕ ਹੈ। ਉਸ ਪ੍ਰਨਾਊਨ ਜਿਹੜਾ ਨਾਊਨ ਪਹਿਲਾਂ ਹੀ ਉਸ ਬਾਰੇ ਗੱਲ ਹੋਈ ਹੋਵੇ, ਮੈਂਸ਼ਨਡ ਹੋਵੇ, ਉਸ ਬਾਰੇ ਜਿਹੜਾ ਵਰਤਿਆ ਜਾਂਦਾ ਪ੍ਰਨਾਊਨ, ਉਹਨੂੰ ਬੋਲਿਆ ਆਪਾਂ ਰਿਲੇਟਿਵ ਪ੍ਰਨਾਊਨ, ਠੀਕ ਹੈ। ਇਹ ਪ੍ਰਨਾਊਨ ਮੇਨ ਤੌਰ 'ਤੇ ਇਹ ਟੂ ਸੈਂਟੈਂਸਿਸ ਨੂੰ ਜੋੜਦੇ ਆ, ਜੁਆਇਨ ਕਰਦੇ ਆ, ਕਨੈਕਟ ਕਰਦੇ ਆ। ਫੋਰ ਐਗਜ਼ਾਮਪਲ ਹੂ, whom, that, which,
whoever, whomever, whichever, ये सारे केड़े प्रनाउन ने relative pronoun. Done. Next sentences. This is the place where we met. In this sentence, where word is known as relative pronoun. ਇੱਥੇ ਜਿਹੜਾ where word ਆ ਉਹ ਸਾਨੂੰ ਉਸ ਥਾਂ ਬਾਰੇ ਕਹਿੰਦਾ ਕਿ ਉਹ ਥਾਂ ਜਿੱਥੇ ਆਪਾਂ ਪਹਿਲਾਂ ਮਿਲੇ ਸੀ. ਸੋ here where is relative pronoun. You can choose one person whomever you like. ਤੁਸੀਂ ਇੱਕ ਪਰਸਨ ਚੂਜ਼ ਕਰ ਸਕਦੇ ਹੋ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ. ਸੋ ਇਸ ਸੈਂਟੈਂਸ ਵਿੱਚ whomever ਜਿਹੜਾ ਵਰਡ ਹੈ ਉਹ ਕੀ ਹੈ? relative pronoun. He who hesitates is lost. In this sentence who word ਜਿਹੜਾ ਹੈ ਉਹ ਐਜ਼ ਆ relative pronoun work ਕਰ ਰਿਹਾ ਹੈ. Done. Next is demonstrative pronoun. Demonstrative pronoun means निश्चयवाचक pronoun. So demonstrative pronoun indicates the object that we try to describe or tell you the specific distance near or far of the object. Means ਕਿ ਜਦੋਂ ਅਸੀਂ ਕਿਸੇ ਚੀਜ਼ ਕਿਸੇ object ਦੇ ਬਾਰੇ ਦੱਸਣਾ ਹੋਵੇ ਆਪਾਂ ਉਸ ਵੱਲ ਇੰਡੀਕੇਟ ਕਰਦੇ ਹਾਂ ਤਾਂ ਉਦੋਂ ਆਪਾਂ ਡੈਮੋਸਟ੍ਰੇਟਿਵ ਪ੍ਰਨਾਊਨ ਯੂਜ਼ ਕਰਨੇ ਆ. ਭਾਵੇਂ ਉਹ ਚੀਜ਼ ਦੂਰ ਹੋਵੇ ਭਾਵੇਂ ਉਹ ਚੀਜ਼ ਨੇੜੇ ਹੋਵੇ. ਫੋਰ ਐਗਜ਼ਾਮਪਲ ਵੀ ਯੂਜ਼ ਦਿਸ, that, these, those words. If the objects is near we use this. If the objects is far we use that. ਕਿ ਜੇਕਰ ਚੀਜ਼ ਨੇੜੇ ਆਪਾਂ ਦਿਸ ਯੂਜ਼ ਕਰਨੇ, ਜੇਕਰ ਚੀਜ਼ ਦੂਰ ਆ ਆਪਾਂ ਦੈਟ ਯੂਜ਼ ਕਰਨੇ ਆ. ਬਟ ਜੇਕਰ ਉਹ ਓਬਜੈਕਟਸ ਨੇ, ਇੱਕ ਨਹੀਂ ਚੀਜ਼ਾਂ ਜ਼ਿਆਦੀਆਂ ਨੇ ਬਟ ਨੇੜੇ ਨੇ, ਆਪਾਂ ਦੀਜ਼ ਵਰਤਨੇ ਆ. ਅਤੇ ਜੇਕਰ ਉਹ ਚੀਜ਼ਾਂ ਦੂਰ ਹੋਣ ਅਤੇ ਜ਼ਿਆਦੀਆਂ ਹੋਣ ਆਪਾਂ ਦੋਜ਼ ਵਰਤਨੇ ਆ. ਡਨ. ਕਿ ਇੱਕ ਵਚਨ ਵਾਸਤੇ ਆਪਾਂ ਦਿਸ ਵਰਤਣਾ ਹੈ ਅਤੇ ਜ਼ਿਆਦਾ ਵਾਸਤੇ ਆਪਾਂ ਦੀਜ਼ ਵਰਤਣਾ ਹੈ. ਇੱਕ ਵਚਨ ਵਾਸਤੇ ਜੇ ਦੂਰ ਆਪਾਂ ਦੈਟ ਲਾਣਾ ਅਤੇ ਜ਼ਿਆਦਾ ਆਪਾਂ ਦੋਜ਼ ਲਾਣਾ. ਨੈਕਸਟ sorry this is my book. In this sentence this is a demonstrative pronoun. ਸੋ ਅਸੀਂ ਇੰਡੀਕੇਟ ਕਰਨੇ ਆ ਕਿ ਆਹ ਬੁੱਕ ਮੇਰੀ ਹੈ. ਠੀਕ ਹੈ, ਅਸੀਂ ਕਿਸੇ ਬੁੱਕ ਕੋਲ ਇੰਡੀਕੇਸ਼ਨ ਕੀਤਾ ਹੈ ਕਿ ਇਹ ਬੁੱਕ ਮੇਰੀ ਹੈ. these are my books. ਕਿ ਇਹ ਸਾਰੀਆਂ ਬੁੱਕਸ ਮੇਰੀਆਂ ਹਨ. ਸੋ ਅਸੀਂ ਇਹਨਾਂ ਸਾਰੀਆਂ ਵੱਲ ਇੰਡੀਕੇਟ ਕੀਤਾ ਕਿ ਸਾਰੀਆਂ ਬੁੱਕਸ ਮੇਰੀਆਂ. ਨੈਕਸਟ ਇਜ਼ ਇੰਟਰੋਗੇਟਿਵ ਪ੍ਰਨਾਊਨ. ਇੰਟਰੋਗੇਟਿਵ ਪ੍ਰਨਾਊਨ ਮੀਨਸ ਪ੍ਰਸ਼ਨਵਾਚਕ ਪ੍ਰਨਾਊਨ. ਜਦੋਂ ਅਸੀਂ ਕਿਸੇ ਕੋ ਪ੍ਰਸ਼ਨ ਪੁੱਛਣਾ ਹੁੰਦਾ ਹੈ ਤਾਂ ਆਪਾਂ ਇੰਟਰੋਗੇਟਿਵ ਪ੍ਰਨਾਊਨ ਯੂਜ਼ ਕਰਨੇ ਆ. ਦ ਪ੍ਰਨਾਊਨ ਦੈਟ ਆਰ ਯੂਜ਼ਡ ਫੋਰ ਆਸਕਿੰਗ ਕੁਐਸਚਨਸ ਇਜ਼ ਨੋਨ ਐਜ਼ ਇੰਟਰੋਗੇਟਿਵ ਪ੍ਰਨਾਊਨ. ਕਿ ਜਦੋਂ ਅਸੀਂ ਕਿਸੇ ਦੇ ਕੋਲੋਂ ਕੁਛ ਪੁੱਛਣਾ ਹੋਵੇ ਤਾਂ ਆਪਾਂ ਉਦੋਂ ਇੰਟਰੋਗੇਟਿਵ ਪ੍ਰਨਾਊਨ ਯੂਜ਼ ਕਰਨੇ ਆ. ਫੋਰ ਐਗਜ਼ਾਮਪਲ what, who, which, whose, whom, etc. Who is there? In this example, who is interrogative pronoun. What do you want? In this sentence, what is interrogative pronoun? Which are your book? Which are your books? In this sentence, which is interrogative pronoun. Whom did you see? In this sentence, whom is interrogative pronoun. Difference between relative pronoun and interrogative pronoun. ਇਹਨਾਂ ਦੋਨਾਂ ਵਿੱਚ ਵੀ ਫਰਕ ਕਿਉਂਕਿ ਇਹਨਾਂ ਵਿੱਚ ਵੀ ਐਗਜ਼ਾਮਪਲ ਸੇਮ ਨੇ. ਸੋ ਆਪਾਂ ਇਹਨਾਂ ਨੂੰ ਡਿਫਰੈਂਸ਼ੀਏਟ ਕਰ ਲਈਏ. It is used to connect clause or phrase to a noun or a pronoun. ਕਿ ਕਿਸੇ noun ਔਰ pronoun ਨੂੰ phrase ਤੇ clause ਨੂੰ ਕਨੈਕਟ ਕਰਨ ਵਾਸਤੇ ਵਰਤਿਆ ਜਾਂਦਾ. ਕਿਹੜਾ pronoun? relative pronoun. ਠੀਕ ਹੈ. ਬਟ ਜਿਹੜਾ ਇੰਟਰੋਗੇਟਿਵ pronoun ਹੁੰਦਾ ਹੈ ਉਹ ਆਪਾਂ ਉਦੋਂ ਯੂਜ਼ ਕਰਨੇ ਜਦੋਂ ਅਸੀਂ ਕਿਸੇ ਦੇ ਕੋਲੋਂ ਕੁਛ ਕੁਐਰੀ ਪੁੱਛਣੀ ਹੋਵੇ ਉਦੋਂ ਆਪਾਂ ਇੰਟਰੋਗੇਟਿਵ pronoun ਯੂਜ਼ ਕਰਨੇ ਆ. ਡਨ. Next is next is distributive
ਪ੍ਰਨਾਊਨ। ਡਿਸਟ੍ਰੀਬਿਊਟਿਵ ਪ੍ਰਨਾਊਨ ਆਪ ਉਦੋਂ ਯੂਜ਼ ਹੁੰਦਾ ਹੈ ਜਦੋਂ ਆਪਾਂ ਕਿਸੇ ਮੰਨ ਲਓ ਦਾ ਪ੍ਰਨਾਊਨ ਵਿਚ ਰੈਫਰ ਟੂ ਦਾ ਪਰਸਨ ਔਰ ਥਿੰਗਸ ਐਟ ਵਨ ਐਟ ਅ ਟਾਈਮ ਆਰ ਕੋਲਡ ਡਿਸਟ੍ਰੀਬਿਊਟਿਵ ਪ੍ਰਨਾਊਨ। ਮੀਨ ਕਿ ਜੇਕਰ ਸਾਡੇ ਕੋਲ ਗਰੁੱਪ ਆਫ ਪਰਸਨ ਜਾਂ ਗਰੁੱਪ ਆਫ ਥਿੰਗਸ ਹੋਣ ਤਾਂ ਅਸੀਂ ਉਹਨਾਂ ਵਿੱਚੋਂ ਕਿਸੇ ਇੱਕ ਸਪੈਸੀਫਿਕ ਪਰਸਨ ਜਾਂ ਕਿਸੇ ਸਪੈਸੀਫਿਕ ਥਿੰਗ ਨੂੰ ਰੈਫਰ ਕਰਨਾ ਹੋਵੇ ਤਾਂ ਉਦੋਂ ਆਪਾਂ ਡਿਸਟ੍ਰੀਬਿਊਟਿਵ ਪ੍ਰਨਾਊਨ ਯੂਜ਼ ਕਰਦੇ ਹਾਂ। ਡਨ। ਕਿ ਜਦੋਂ ਆਪਾਂ ਕਿੰਨੀ ਸਾਰੀ ਚੀਜ਼ਾਂ ਵਿੱਚੋਂ ਕਿਸੇ ਇੱਕ ਖਾਸ ਚੀਜ਼ ਨੂੰ ਰੈਫਰ ਕਰਨਾ ਹੋਵੇ ਤਾਂ ਉਦੋਂ ਆਪਾਂ ਡਿਸਟ੍ਰੀਬਿਊਟਿਵ ਪ੍ਰਨਾਊਨ ਯੂਜ਼ ਕਰਨੇ ਆ। ਦੇ ਆਰ ਆਲਵੇਜ਼ ਸਿੰਗੂਲਰ, ਇਹ ਹਮੇਸ਼ਾ ਸਿੰਗੂਲਰ ਫਾਰਮ ਵਿੱਚ ਹੁੰਦੇ ਨੇ। ਫੋਰ ਐਗਜ਼ਾਮਪਲ ਨੀਦਰ, ਈਦਰ, ਈਚ, ਨਨ ਐਟਸੈਟਰਾ। ਕਿ ਜੇਕਰ ਅਸੀਂ ਟੂ ਪਰਸਨ ਦੀ ਗੱਲ ਕਰ ਰਹੇ ਹਾਂ ਕਿ ਟੂ ਪਰਸਨ ਵਿੱਚੋਂ ਜਾਂ ਟੂ ਥਿੰਗਸ ਵਿੱਚੋਂ ਇੱਕ ਚੀਜ਼ ਸਿਲੈਕਟ ਕਰਨੀ ਹੋਵੇ, ਇੱਕ ਚੀਜ਼ ਚੂਜ਼ ਕਰਨੀ ਹੋਵੇ ਤਾਂ ਆਪਾਂ ਉਹਨਾਂ ਵਾਸਤੇ ਨੀਦਰ ਔਰ ਈਦਰ ਦੋ ਪ੍ਰਨਾਊਨ ਯੂਜ਼ ਕਰਾਂਗੇ, ਨੀਦਰ ਔਰ ਈਦਰ। ਜਦੋਂ ਅਸੀਂ ਟੂ ਪੀਪਲ ਜਾਂ ਟੂ ਥਿੰਗਸ ਵਿੱਚੋਂ ਇੱਕ ਚੀਜ਼ ਸਿਲੈਕਟ ਕਰਨੀ ਹੋਵੇ, ਓਕੇ। ਪਰ ਜਦੋਂ ਅਸੀਂ ਦੋ ਤੋਂ ਜ਼ਿਆਦਾ ਗਰੁੱਪ ਵਿੱਚੋਂ ਇੱਕ ਪਰਸਨ ਚੂਜ਼ ਕਰਨਾ ਹੋਵੇ ਜਾਂ ਇੱਕ ਚੀਜ਼ ਚੂਜ਼ ਕਰਨੀ ਹੋਵੇ ਤਾਂ ਉਦੋਂ ਆਪਾਂ ਨਨ ਔਰ ਈਚ ਵਰਡ ਲਗਾਵਾਂਗੇ, ਓਕੇ। ਈਚ ਟੁਕ ਇਟ ਇਨ ਟਰਨ। ਇਨ ਦਿਸ ਸੈਂਟੈਂਸ ਈਚ ਇਜ਼ ਅ distributive pronoun. Neither of the girls was late. In this sentence neither is distributive pronoun. Either of you can go. In this sentence either is distributive pronoun. Done? Okay. Possessive pronoun, ਅਧਿਕਾਰਵਾਚਕ ਸਰਵਨਾਮ। ਕਿ ਜਦੋਂ ਅਸੀਂ ਕਿਸੇ ਚੀਜ਼ ਉੱਪਰ ਅਧਿਕਾਰ ਪੇਸ਼ ਕਰਨਾ ਹੋਵੇ ਉਦੋਂ ਆਪਾਂ ਇਹ ਯੂਜ਼ ਕਰਨੇ ਆ। The pronoun which shows the possession or ownership is called possessive pronoun. ਕਿ ਜਦੋਂ ਆਪਾਂ ਕਿਸੇ ਚੀਜ਼ ਉੱਪਰ ਆਪਣਾ ਹੱਕ ਜਾਂ ਆਪਣੀ ਮਾਲਕੀਅਤ ਪੇਸ਼ ਕਰਨੀ ਹੋਵੇ, ਆਪਣੀ ਓਨਰਸ਼ਿਪ ਪੇਸ਼ ਕਰਨੀ ਹੋਵੇ, ਆਪਾਂ possessive pronoun ਯੂਜ਼ ਕਰਨੇ ਆ। ਇਹਦੇ ਵਿੱਚ ਮਾਈ, ਮਾਈਨ, ਹਰਜ਼, ਯਰਸ ਇਹ ਸਾਰੇ ਵਰਡ ਆਉਂਦੇ ਆ।